ਅਸੀਂ ਪੜ੍ਹ ਰਹੇ ਹਾਂ ਰਸੂਲ ਹਮਜ਼ਾ ਤੋਫ ਦੀ ਪ੍ਰਸਿੱਧ ਕਾਵ ਰਚਨਾ ਮੇਰਾ ਦਾਗਿਸਤਾਨ। ਅੱਗ ਪਿਤਾ, ਪਾਣੀ ਮਾਂ। ਪਹਾੜੀ ਕਹਾਵਤ ਤੇ ਪਹਾੜੀ ਜਨਾਨੀ ਦੇ ਅਥਰੂਆਂ ਵਿੱਚ ਵੀ ਅੱਗ ਹੁੰਦੀ ਹੈ। ਬੰਦੂਕ ਦੀ ਨਲੀ ਦੇ ਸਿਰੇ ਤੇ ਮਿਆਨ ਵਿੱਚੋਂ ਕੱਢੇ ਗਏ ਖੰਜਰ ਦੀ ਧਾਰ ਵਿੱਚ ਵੀ ਅੱਗ ਹੁੰਦੀ ਹੈ। ਪਰ ਸਭ ਤੋਂ ਵੱਧ ਦਿਆਲੂ ਤੇ ਸਨੇਹ ਭਰੀ ਅੱਗ ਮਾਂ ਦੇ ਹਿਰਦੇ ਤੇ ਹਰ ਘਰ ਦੇ ਚੁੱਲ੍ਹੇ ਵਿੱਚ ਹੁੰਦੀ ਹੈ। ਪਹਾੜੀ ਆਦਮੀ ਜਦੋਂ ਆਪਣੇ ਬਾਰੇ ਕੁਝ ਚੰਗੇ ਸ਼ਬਦ ਕਹਿਣੇ ਚਾਹੁੰਦਾ ਹੈ ਜਾਂ ਸਿਰਫ ਆਪਣੀ ਫੜ ਮਾਰਨੀ ਚਾਹੁੰਦਾ ਤਾਂ ਕਹਿੰਦਾ ਹੈ, ਮੈਨੂੰ ਕਿਸੇ ਕੋਲ ਅੱਗ ਮੰਗਣ ਲਈ ਤਾਂ ਅਜੇ ਤੱਕ ਨਹੀਂ ਜਾਣਾ ਪਿਆ। ਜਦੋਂ ਦੋ ਪਹਾੜੀ ਬੁੱਢੀਆਂ ਇੱਕ ਦੂਜੇ ਨਾਲ ਝਗੜਦੀਆਂ ਨੇ ਤਾਂ ਉਹਨਾਂ ਵਿੱਚੋਂ ਇੱਕ ਚੀਖ ਕੇ ਕਹਿੰਦੀ ਹੈ, ਤੁਹਾਡੇ ਚੁੱਲ੍ਹੇ 'ਚ ਕਦੇ ਅੱਗ ਨਾ ਬਲੇ, ਤੁਹਾਡੇ ਚੁੱਲ੍ਹੇ ਵਿੱਚ ਬਲਦੀ ਅੱਗ ਬੁੱਝੇ। ਦੂਜੀ ਜਵਾਬ ਦਿੰਦੀ ਹੈ। ਕਿਸੇ ਬਹਾਦਰ ਦਲੇਰ ਆਦਮੀ ਦੀ ਚਰਚਾ ਕਰਦਿਆਂ ਹੋਇਆਂ ਪਹਾੜੀ ਲੋਕ ਕਹਿੰਦੇ ਨੇ, ਉਹ ਬੰਦਾ ਨਹੀਂ, ਅੱਗ ਹੈ। ਇੱਕ ਨੌਜਵਾਨ ਦੀਆਂ ਨੀਰਸ ਤੇ ਅਕਾਊ ਕਵਿਤਾਵਾਂ ਪੜ੍ਹਨ ਮਗਰੋਂ ਮੇਰੇ ਪਿਤਾ ਜੀ ਬੋਲੇ, ਇਹ ਕਵਿਤਾਵਾਂ ਵਿੱਚ ਇੱਕ ਤਰ੍ਹਾਂ ਹੈ ਸਭ ਕੁਝ, ਪਰ ਇੰਜ ਵੀ ਹੁੰਦਾ, ਘਰ ਹੈ, ਚੁੱਲ੍ਹਾ ਹੈ, ਲੱਕੜੀ ਹੈ, ਪਤੀਲਾ ਹੈ, ਪਤੀਲੇ 'ਚ ਮਾਸ ਵੀ ਹੈ, ਪਰ ਅੱਗ ਨਹੀਂ। ਅੱਗ ਨਹੀਂ, ਜ਼ਿੰਦਗੀ ਨਹੀਂ। ਇਸ ਲਈ ਤੇਰੀਆਂ ਕਵਿਤਾਵਾਂ ਨੂੰ ਅੱਗ ਦੀ ਲੋੜ ਹੈ। ਸ਼ਮੀਲ ਕੋਲੋਂ ਇੱਕ ਵਾਰ ਕਿਸੇ ਨੇ ਪੁੱਛਿਆ, ਸ਼ਮੀਲ ਦਾਗਿਸਤਾਨ ਦਾ ਵੀਰ ਆਗੂ ਹੈ, ਜਿਸਨੇ ਦਾਗਿਸਤਾਨ ਦੀ ਆਜ਼ਾਦੀ ਲਈ ਵਰ੍ਹਿਆਂ ਬੱਧੀ ਜ਼ਾਰਸ਼ਾਹੀ ਦੇ ਖਿਲਾਫ ਸੰਘਰਸ਼ ਕੀਤਾ। ਉਹਨਾਂ ਦਾ ਜੀਵਨ 1799 ਤੋਂ 1871। ਸ਼ਮੀਲ ਕੋਲੋਂ ਇੱਕ ਵਾਰ ਕਿਸੇ ਨੇ ਪੁੱਛਿਆ, ਇਮਾਮ ਸਾਹਿਬ ਇਹ ਦੱਸੋ ਭਲਾ ਇਹ ਕਿਵੇਂ ਹੋਇਆ ਬਈ ਛੋਟਾ ਜਿਹਾ ਅੱਧ ਭੁੱਖਾ ਦਾਗਿਸਤਾਨ ਸਦੀਆਂ ਤੱਕ ਵੱਡੀਆਂ ਵੱਡੀਆਂ ਸ਼ਕਤੀਸ਼ਾਲੀ ਹਕੂਮਤਾਂ ਦੇ ਖਿਲਾਫ ਜੂਝਦਾ ਰਿਹਾ ਤੇ ਉਹਨਾਂ ਦਾ ਮੁਕਾਬਲਾ ਕਰਦਾ ਰਿਹਾ। ਕਿਵੇਂ ਉਹ ਪੂਰੇ 30 ਸਾਲ ਬਹੁਤ ਹੀ ਸ਼ਕਤੀਸ਼ਾਲੀ ਗੋਰੇ ਜ਼ਾਰ ਦੇ ਵਿਰੁੱਧ ਸੰਘਰਸ਼ ਕਰਦਾ ਰਿਹਾ। ਸ਼ਮੀਲ ਨੇ ਜਵਾਬ ਦਿੱਤਾ, ਜੇ ਦਾਗਿਸਤਾਨ ਦੇ ਸੀਨੇ ਵਿੱਚ ਪਿਆਰ ਤੇ ਨਫ਼ਰਤ ਦੀ ਅੱਗ ਨਾ ਬਲਦੀ ਹੁੰਦੀ ਤਾਂ ਉਹ ਕਦੇ ਵੀ ਇਹੋ ਜਿਹਾ ਸੰਘਰਸ਼ ਨਾ ਕਰ ਸਕਦਾ। ਇਸੇ ਅੱਗ ਨੇ ਚਮਤਕਾਰ ਕੀਤੇ ਤੇ ਬਹਾਦਰੀ ਦੇ ਕਾਰਨਾਮੇ ਦਿਖਾਏ। ਇਹ ਅੱਗ ਹੀ ਦਾਗਿਸਤਾਨ ਦੀ ਆਤਮਾ ਯਾਨੀ ਖੁਦ ਦਾਗਿਸਤਾਨ ਹੈ। ਮੈਂ ਖੁਦ ਵੀ ਕੌਣ ਹਾਂ? ਸ਼ਮੀਲ ਬੋਲੀ ਗਿਆ। ਗੀਮਰੇ ਨਾਂ ਦੇ ਇੱਕ ਦੂਰ ਦੁਰਾਡੇ ਦੇ ਪਿੰਡ ਦੇ ਮਾਲੀ ਦਾ ਪੁੱਤਰ। ਹੋਰਨਾਂ ਦੇ ਮੁਕਾਬਲੇ ਮੈਂ ਨਾ ਤਾਂ ਲੰਮਾ ਹੀ ਹਾਂ ਤੇ ਨਾ ਹੀ ਚੌੜੀ ਛਾਤੀ ਵਾਲਾ ਹਾਂ। ਬਚਪਨ ਵਿੱਚ ਤਾਂ ਮੈਂ ਬਹੁਤ ਹੀ ਛੋਟਾ ਤੇ ਸੁੱਕਾ ਜਿਹਾ ਮੁੰਡਾ ਸੀ, ਜਿਹਨੂੰ ਵੇਖ ਕੇ ਵੱਡੇ ਬੁੱਢੇ ਇਹੀ ਕਹਿੰਦੇ ਸੀ ਬਈ ਬਾਲੇ ਦਿਨ ਨਹੀਂ ਜਿਉਂਦਾ। ਸ਼ੁਰੂ 'ਚ ਮੇਰਾ ਨਾਂ ਆਲੀ ਸੀ। ਮੇਰੇ ਬਿਮਾਰ ਰਹਿਣ ਕਰਕੇ ਇਸ ਉਮੀਦ ਨਾਲ ਭਈ ਮੇਰੇ ਪੁਰਾਣੇ ਨਾਂ ਨਾਲ ਕੋਈ ਬਿਮਾਰੀ ਵੀ ਖਤਮ ਹੋ ਜਾਏਗੀ, ਮੇਰਾ ਨਾਂ ਬਦਲ ਕੇ ਸ਼ਾਮੀਲ ਰੱਖ ਦਿੱਤਾ ਗਿਆ। ਮੈਂ ਬਾਲੀ ਦੁਨੀਆ ਨਹੀਂ ਵੇਖੀ ਹੋਈ ਸੀ। ਵੱਡੇ ਸ਼ਹਿਰਾਂ ਵਿੱਚ ਮੇਰਾ ਪਾਲਣ ਪੋਸ਼ਣ ਨਹੀਂ ਹੋਇਆ ਸੀ। ਮੇਰੇ ਕੋਲ ਬਾਲੀ ਦੌਲਤ ਵੀ ਨਹੀਂ ਸੀ। ਆਪਣੇ ਪਿੰਡ ਦੇ ਮਦਰਸੇ 'ਚੋਂ ਮੈਂ ਤਾਲੀਮ ਹਾਸਲ ਕੀਤੀ। ਮੇਰੇ ਮਾਂ-ਪਿਓ ਗਧੇ ਉੱਤੇ ਗੀਮਰੀ ਦੇ ਆੜੂ ਲੱਦ ਕੇ ਮੈਨੂੰ ਤੇਮੀ ਰੱਖਾਂ ਸ਼ੁਰਾ ਮੰਡੀ ਵਿੱਚ ਵੇਚਣ ਲਈ ਘੱਲਦੇ ਹੁੰਦੇ ਸੀ। ਮੈਂ ਬਹੁਤ ਸਮੇਂ ਤੱਕ ਗਧੇ ਨੂੰ ਹੱਕਦਿਆਂ ਹੋਇਆ ਪਹਾੜੀ ਡੰਡੀਆਂ ਉੱਤੇ ਆਉਂਦਾ ਜਾਂਦਾ ਰਿਹਾ। ਇੱਕ ਦਿਨ ਮੇਰੇ ਨਾਲ ਇੱਕ ਘਟਨਾ ਹੋਈ। ਇਹ ਬਹੁਤ ਪੁਰਾਣੀ ਗੱਲ ਹੈ, ਪਰ ਮੈਂ ਇਹਨੂੰ ਭੁੱਲ ਨਹੀਂ ਸਕਦਾ ਤੇ ਭੁੱਲਣਾ ਚਾਹੁੰਦਾ ਵੀ ਨਹੀਂ। ਇਹ ਇਸ ਕਰਕੇ ਭਈ ਉਦੋਂ ਹੀ ਮੇਰੀ ਹਿੰਮਤ ਮੇਰੇ ਅੰਦਰ ਅੱਗ ਜਾਗੀ ਸੀ। ਉਦੋਂ ਹੀ ਮੈਂ ਸ਼ਾਮੀਲ ਬਣਿਆ ਸਾਂ। ਤੇਮੀ ਰੱਖਾਂ ਸ਼ੂਰਾ ਮੰਡੀ ਦੇ ਨੇੜੇ ਇੱਕ ਪਿੰਡ ਦੇ ਲਾਗੇ ਮੈਨੂੰ ਕੁਝ ਸ਼ਰਾਰਤੀ ਮੁੰਡੇ ਮਿਲ ਪਏ, ਜਿਹੜੇ ਮੇਰਾ ਮਜ਼ਾਕ ਉਡਾਉਣਾ ਚਾਹੁੰਦੇ ਸੀ। ਇੱਕ ਦਿਨ ਮੁੰਡੇ ਨੇ ਮੇਰੇ ਸਿਰ ਤੋਂ ਸਮੂਰੀ ਟੋਪੀ ਲਾਹੀ ਤੇ ਉਹਨੂੰ ਲੈ ਕੇ ਭੱਜ ਗਿਆ। ਜਦੋਂ ਉਸ ਸ਼ੈਤਾਨ ਮੁੰਡੇ ਨੂੰ ਫੜਨ ਲਈ ਮੈਂ ਉਹਦੇ ਪਿੱਛੇ ਭੱਜਿਆ ਤਾਂ ਪਿੱਛੋਂ ਦੂਜੇ ਮੁੰਡੇ ਮੇਰੇ ਗਧੇ ਉੱਤੋਂ ਫਲਾਂ ਦੀਆਂ ਟੋਕਰੀਆਂ ਲਾਉਣ ਲੱਗ ਪਏ। ਮੇਰੀ ਵਿਚਾਰੀ ਤੇ ਰੋਂਦੂ ਜੀ ਸੂਰਤ ਵੇਖ ਕੇ ਸਾਰੇ ਖਿੜਖੜਾ ਕੇ ਹੱਸ ਰਹੇ ਸੀ ਤੇ ਖੂਬ ਮਜ਼ਾ ਲੈ ਰਹੇ ਸੀ। ਉਹਨਾਂ ਦਾ ਇਹ ਮਜ਼ਾਕ ਮੈਨੂੰ ਚੰਗਾ ਨਹੀਂ ਲੱਗਿਆ ਤੇ ਮੇਰੇ ਅੰਦਰ ਉਹ ਅੱਗ ਬਲ ਉੱਠੀ
ਜਿਸ ਤੋਂ ਮੈਂ ਅਜੇ ਤੱਕ ਅਣਜਾਣ ਸਾਂ। ਮੈਂ ਹੱਡੀ ਦੇ ਸਫੇਦ ਦਸਤੇ ਵਾਲਾ ਖੰਜਰ ਮਿਆਨ ਚੋਂ ਕੱਢ ਲਿਆ। ਉਸ ਮੁੰਡੇ ਨੂੰ ਜਿਹੜਾ ਮੇਰੀ ਟੋਪੀ ਲੈ ਕੇ ਭੱਜਿਆ ਸੀ, ਮੈਂ ਪਿੰਡ ਦੇ ਫਾਟਕ ਕੋਲ ਜਾ ਫੜਿਆ। ਉਹਨੂੰ ਗੰਦੀ ਨਾਲੀ 'ਚ ਸੁੱਟ ਕੇ ਮੈਂ ਉਹਦੀ ਗਰਦਨ ਉੱਤੇ ਤੇਜ਼ ਖੰਜਰ ਰੱਖਤਾ। ਉਹਨੇ ਮੁਆਫੀ ਮੰਗੀ। ਤੂੰ ਅੱਗ ਨਾਲ ਨਾ ਖੇਡ। ਇਸ ਸ਼ਰਾਰਤੀ ਮੁੰਡੇ ਨੂੰ ਗੰਦੀ ਨਾਲੀ ਵਿੱਚ ਹੀ ਛੱਡ ਕੇ ਮੈਂ ਇੱਧਰ ਉੱਧਰ ਨਜ਼ਰ ਮਾਰੀ। ਮੇਰੇ ਆੜੂਆਂ ਨੂੰ ਇੱਧਰ ਉੱਧਰ ਖਿਲਾਰਨ ਵਾਲੇ ਮੁੰਡੇ ਵੱਖ-ਵੱਖ ਪਾਸਿਆਂ ਨੂੰ ਭੱਜ ਗਏ। ਫਿਰ ਮੈਂ ਇੱਕ ਘਰ ਦੀ ਛੱਤ ਤੇ ਚੜ੍ਹ ਕੇ ਜ਼ੋਰ ਦੀ ਆਵਾਜ਼ 'ਚ ਆਖਿਆ, ਓਏ ਕੰਨ ਖੋਲ ਕੇ ਸੁਣ ਲਓ, ਜੇ ਮੇਰੇ ਖੰਜਰ ਦੀ ਅੱਗ ਨਾਲ ਆਪਣੇ ਢਿੱਡ ਨਹੀਂ ਸਾੜਨਾ ਚਾਹੁੰਦੇ ਤਾਂ ਸਭ ਕੁਝ ਉਵੇਂ ਹੀ ਕਰ ਦਿਓ ਜਿਵੇਂ ਪਹਿਲਾਂ ਸੀ। ਮਜ਼ਾਕ ਕਰਨ ਵਾਲੇ ਛੋਕਰਿਆਂ ਨੇ ਮੈਨੂੰ ਦੂਜੀ ਵਾਰ ਆਪਣੇ ਲਫ਼ਜ਼ ਦੁਹਰਾਉਣ ਲਈ ਮਜਬੂਰ ਨਹੀਂ ਕੀਤਾ। ਉਸੇ ਦਿਨ ਮੈਂ ਵੱਡਿਆਂ ਬੁੱਢਿਆਂ ਨੂੰ ਮੰਡੀ ਵਿੱਚ ਇਹ ਕਹਿੰਦਿਆਂ ਸੁਣਿਆ, ਇਹ ਮੁੰਡਾ ਅਜੇ ਬਹੁਤ ਕੁਝ ਕਰਕੇ ਦਿਖਾਏਗਾ। ਮੈਂ ਆਪਣੀ ਸਮੂਰੀ ਟੋਪੀ ਨੂੰ ਭਵਾਂ ਤੱਕ ਹੇਠਾਂ ਖਿੱਚ ਲਿਆ। ਆਪਣੇ ਭਲੇ ਗਧੇ ਨੂੰ ਹੱਕਦਾ ਹੋਇਆ ਅਗਾਂਹ ਤੁਰ ਪਿਆ। ਭਲਾ ਮੈਂ ਸ਼ੋਰ ਸ਼ਰਾਬਾ ਤੇ ਲੜਾਈ ਝਗੜਾ ਚਾਹੁੰਦਾ ਸੀ? ਉਹਨਾਂ ਨੇ ਮੇਰੇ ਸਬਰ ਦਾ ਬੰਨ੍ਹ ਤੋੜ ਦਿੱਤਾ ਸੀ। ਮੇਰੇ ਦਿਲ ਦੀ ਅੱਗ ਨੂੰ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਸੀ। ਇਸ ਤੋਂ ਮਗਰੋਂ ਕਈ ਸਾਲ ਲੰਘ ਗਏ। ਇੱਕ ਦਿਨ ਮੈਂ ਬਾਗ ਵਿੱਚ ਕੰਮ ਕਰ ਰਿਹਾ ਸਾਂ। ਬਾਹਾਂ ਚੜਾ ਕੇ ਉਪਜਾਊ ਮਿੱਟੀ ਨੂੰ ਮੈਂ ਹੇਠੋਂ ਉਤਾਂਹ ਨੂੰ ਲਿਆ ਰਿਹਾ ਸੀ ਤੇ ਹਰ ਰੁੱਖ ਦੇ ਆਲੇ ਦੁਆਲੇ ਪਾ ਰਿਹਾ ਸੀ। ਮੈਂ ਪੁਰਾਣੀ ਸਮੂਰੀ ਟੋਪੀ ਵਿੱਚ ਮਿੱਟੀ ਭਰ ਭਰ ਕੇ ਲਿਜਾਂਦਾ ਸਾਂ। ਉਦੋਂ ਤੱਕ ਮੇਰੇ ਪਿੰਡੇ ਤੇ ਕਈ ਜ਼ਖਮ ਲੱਗ ਚੁੱਕੇ ਸਨ। ਇਹ ਜ਼ਖਮ ਵੱਖੋ ਵੱਖ ਮੁੱਠਭੇੜਾਂ ਵਿੱਚ ਮੇਰੇ ਸਰੀਰ ਤੇ ਸਨ। ਬਹੁਤ ਦੂਰ ਦੇ ਪਿੰਡਾਂ ਦੇ ਸਾਡੇ ਪਹਾੜੀ ਲੋਕ ਮੇਰੇ ਕੋਲ ਆਏ ਤੇ ਕਹਿਣ ਲੱਗੇ, ਮੈਂ ਆਪਣੇ ਘੋੜੇ ਉੱਤੇ ਜ਼ੀਨ ਕੱਸ ਲਵਾਂ ਤੇ ਹਥਿਆਰ ਬੰਨ੍ਹ ਲਵਾਂ। ਮੈਂ ਹਥਿਆਰ ਬੰਨ੍ਹਣੇ ਨਹੀਂ ਚਾਹੁੰਦਾ ਸਾਂ। ਮੈਂ ਇਨਕਾਰ ਕਰ ਦਿੱਤਾ, ਕਿਉਂਕਿ ਲੜਾਈ ਦੇ ਮੁਕਾਬਲੇ ਮੈਨੂੰ ਬਾਗਬਾਨੀ ਕਿਤੇ ਜ਼ਿਆਦਾ ਪਸੰਦ ਸੀ। ਫਿਰ ਵੱਖੋ ਵੱਖ ਪਿੰਡਾਂ ਤੋਂ ਆਏ ਇਹ ਪਹਾੜੀਏ ਮੈਨੂੰ ਕਹਿਣ ਲੱਗੇ, ਸ਼ਮੀਲ, ਬੇਗਾਨੇ ਘੋੜੇ ਸਾਡੇ ਚਸ਼ਮਿਆਂ ਤੋਂ ਪਾਣੀ ਪੀਂਦੇ ਨੇ। ਤੂੰ ਆਪੇ ਘੋੜੇ ਤੇ ਚੜ੍ਹਨਾ ਕਿ ਅਸੀਂ ਚੜ੍ਹਾਈਏ ਤੈਨੂੰ? ਮੇਰੇ ਦਿਲ ਵਿੱਚ ਉਸੇ ਤਰ੍ਹਾਂ ਦੀ ਅੱਗ ਭੜਕ ਉੱਠੀ ਜਿਵੇਂ ਉਦੋਂ ਭੜਕੀ ਸੀ ਜਦੋਂ ਮੁੰਡਿਆਂ ਨੇ ਮੇਰੇ ਸਿਰ ਉੱਤੋਂ ਸਮੂਰੀ ਟੋਪੀ ਲਾ ਕੇ ਆੜੂ ਖਿਲਾਰ ਕੇ ਮੇਰੇ ਦਿਲ ਨੂੰ ਠੇਸ ਲਾਈ ਸੀ। ਉਸੇ ਤਰ੍ਹਾਂ, ਸਗੋਂ ਉਸ ਤੋਂ ਵੀ ਜ਼ਿਆਦਾ ਜ਼ੋਰ ਨਾਲ ਮੇਰੇ ਦਿਲ ਵਿੱਚ ਅੱਗ ਭੜਕ ਉੱਠੀ। ਮੈਨੂੰ ਆਪਣੇ ਬਾਗ ਤੇ ਦੁਨੀਆ ਦੀ ਕਿਸੇ ਚੀਜ਼ ਦੀ ਸੁੱਧ-ਬੁੱਧ ਨਾ ਰਹੀ। ਉਹ ਅੱਗ ਜਿਹੜੀ 25 ਸਾਲਾਂ ਤੋਂ ਮੈਨੂੰ ਪਹਾੜਾਂ ਵਿੱਚ ਇੱਧਰ ਉੱਧਰ ਲਈ ਜਾਂਦੀ ਏ, ਉਹਨੂੰ ਨਾ ਬਾਰਿਸ਼, ਨਾ ਹਵਾ, ਨਾ ਠੰਡ ਬੁਝਾ ਸਕਦੀ ਏ। ਪਿੰਡ ਧੂ-ਧੂ ਕਰਕੇ ਬਲਦੇ ਪਏ ਨੇ। ਜੰਗਲਾਂ ਵਿੱਚੋਂ ਧੂੰਆਂ ਨਿਕਲਦਾ ਪਿਆ। ਲੜਾਈ ਦੇ ਸਮੇਂ ਧੂਏ ਵਿੱਚੋਂ ਅੱਗ ਦੀਆਂ ਲਾਟਾਂ ਚਮਕਦੀਆਂ ਨੇ। ਪੂਰਾ ਕਾਕੇਸ਼ੀਆ ਹੀ ਬਲ ਰਿਹਾ। ਤਾਂ ਇਹੋ ਜਿਹੀ ਚੀਜ਼ ਹੈ ਅੱਗ। ਸਾਡੇ ਲੋਕ ਸੁਣਾਉਂਦੇ ਹੁੰਦੇ ਨੇ ਕਿ ਪੁਰਾਣੇ ਵੇਲਿਆਂ ਵਿੱਚ ਜੇ ਦੁਸ਼ਮਣ ਦਾਗਿਸਤਾਨ ਦੀ ਹੱਦ ਵਿੱਚ ਵੜ ਆਉਂਦੇ ਸਨ ਤਾਂ ਸਭ ਤੋਂ ਉੱਚੇ ਪਹਾੜ ਉੱਤੇ ਮੀਨਾਰ ਜਿੰਨੀ ਉੱਚੀ ਅੱਗ ਬਾਲ ਦਿੱਤੀ ਜਾਂਦੀ ਸੀ। ਉਹਨੂੰ ਵੇਖਦਿਆਂ ਹੀ ਸਾਰੇ ਪਿੰਡ ਆਪਣੇ ਭਾਂਬੜ ਬਾਲ ਲੈਂਦੇ ਸੀ। ਇਹੀ ਉਹ ਜ਼ੋਰਦਾਰ ਹੋਕਾ ਹੁੰਦਾ ਸੀ ਜਿਹੜਾ ਪਹਾੜੀ ਲੋਕਾਂ ਨੂੰ ਆਪਣੇ ਜੰਗੀ ਘੋੜਿਆਂ ਉੱਤੇ ਸਵਾਰ ਹੋਣ ਲਈ ਪ੍ਰੇਰਿਤ ਕਰਦਾ ਸੀ। ਹਰ ਘਰ ਤੋਂ ਘੋੜਸਵਾਰ ਰਵਾਨਾ ਹੁੰਦੇ ਸਨ। ਅੱਗ ਦੇ ਹੋਕੇ ਤੇ ਘੋੜਸਵਾਰ ਤੇ ਪੈਦਲ ਲੋਕ ਦੁਸ਼ਮਣ ਨਾਲ ਲੋਹਾ ਲੈਣ ਚੱਲ ਪੈਂਦੇ ਸੀ। ਜਦੋਂ ਤੱਕ ਪਹਾੜਾਂ ਉੱਤੇ ਭਾਂਬਲ ਬਲਦੇ ਰਹਿੰਦੇ ਸੀ, ਪਿੰਡਾਂ ਵਿੱਚ ਪਿੱਛੇ ਰਹਿ ਗਏ ਬੁੱਢਿਆਂ, ਔਰਤਾਂ ਤੇ ਬੱਚਿਆਂ ਨੂੰ ਇਹ ਪਤਾ ਹੁੰਦਾ ਸੀ ਕਿ ਦੁਸ਼ਮਣ ਅਜੇ ਦਾਗਿਸਤਾਨ ਦੀਆਂ ਹੱਦਾਂ ਵਿੱਚ ਹੈ। ਭਾਂਬੜ ਬੁੱਝ ਜਾਂਦੇ ਤਾਂ ਇਹਦਾ ਮਤਲਬ ਹੁੰਦਾ ਸੀ ਕਿ ਖਤਰਾ ਟਲ ਗਿਆ ਤੇ ਪੁਰਖਿਆਂ ਦੀ ਧਰਤੀ ਉੱਤੇ ਮੁੜ ਕੇ ਸ਼ਾਂਤੀ ਦਾ ਸਮਾਂ ਆ ਗਿਆ। ਸਦੀਆਂ ਦੇ ਲੰਬੇ ਇਤਿਹਾਸ ਵਿੱਚ ਪਹਾੜੀ ਲੋਕਾਂ ਨੂੰ ਬਹੁਤ ਵਾਰ ਪਹਾੜਾਂ ਦੀਆਂ ਚੋਟੀਆਂ ਉੱਤੇ ਲੜਾਈ ਦੇ ਸੰਕੇਤ ਦੇਣ ਵਾਲੀ ਇਸ ਤਰ੍ਹਾਂ ਦੀ ਅੱਗ ਬਾਲਣੀ ਪਈ ਹੈ। ਇਸ ਤਰ੍ਹਾਂ ਦੀ ਅੱਗ ਲੜਾਈ ਦਾ ਝੰਡਾ ਵੀ ਹੁੰਦੀ ਸੀ ਤੇ ਉਸ ਦਾ ਆਦੇਸ਼ ਵੀ। ਪਹਾੜੀ ਲੋਕਾਂ ਲਈ ਇਹ ਆਧੁਨਿਕ ਤਕਨੀਕੀ ਸਾਧਨਾਂ ਰੇਡੀਓ, ਤਾਰ ਤੇ ਟੈਲੀਫੋਨ ਦਾ ਕੰਮ ਦਿੰਦੀ ਸੀ। ਪਹਾੜੀ ਲੋਕਾਂ ਦਾ ਕਹਿਣਾ ਹੈ ਕਿ ਖੰਜਰ ਲਈ ਸਭ ਤੋਂ ਜ਼ਿਆਦਾ ਭਰੋਸੇ ਦੀ ਥਾਂ ਹੈ ਮਿਆਨ, ਅੱਗ ਲਈ ਚੁੱਲ੍ਹਾ ਤੇ ਮਰਦ ਲਈ ਘਰ। ਪਰ ਜੇ ਅੱਗ ਚੁੱਲ੍ਹਿਓਂ ਬਾਹਰ ਨਿਕਲ ਕੇ ਪਹਾੜਾਂ ਦੀਆਂ ਚੋਟੀਆਂ ਉੱਤੇ ਭੜਕਣ ਲੱਗ ਪੈਂਦੀ ਹੈ ਤਾਂ ਮਿਆਨ ਵਿੱਚ ਚੈਨ ਨਾਲ ਪਿਆ ਖੰਜਰ ਖੰਜਰ ਨਹੀਂ ਤੇ ਘਰ ਦੇ ਚੁੱਲ੍ਹੇ ਕੋਲ ਬੈਠਾ ਰਹਿਣ ਵਾਲਾ ਮਰਦ ਮਰਦ ਨਹੀਂ।